कुछ सबसिडी सरकार बंद कर सकती है, कुछ नवीं लागू कर सकती है। थोड़ी जी रोशनी पाओ इस चीज़ के उत्ते। इस तरह के डिसीजन आ रहे हैं कुछ? कोई भी अजिहा डिसीजन नहीं होगा ਜਿਹੜਾ ਲੋਕਾਂ ਦੇ ਖਿਲਾਫ ਹੋਊਗਾ। ਹਾਂ, ਲੋਕਾਂ ਦੇ ਪੱਖ 'ਚ ਅਸੀਂ ਡਿਸੀਜਨ ਜ਼ਰੂਰ ਲਵਾਂਗੇ, ਪਰ ਲੋਕਾਂ ਦੇ ਖਿਲਾਫ ਕੋਈ ਵੀ ਡਿਸੀਜਨ ਨਹੀਂ ਲਵਾਂਗੇ। ਕਿ ਹੈਲਥ ਫੈਸਿਲਿਟੀ ਦੇ ਵਿੱਚ ਇਨਕਰੀਜ਼ ਜਿਹੜਾ ਉਹ ਹੋ ਰਿਹਾ ਜਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਇਸ ਢੰਗ ਦੇ ਨਾਲ ਕਿ ਸਰਕਾਰ ਕੋਈ ਨਵੇਂ ਇੰਸਟੀਟਿਊਸ਼ਨ ਅਨਾਉਂਸ ਕਰ ਸਕਦੀ ਹੈ? ਜਨਤਾ ਦੀਆਂ ਆਸ਼ਾਵਾਂ ਤੇ 100% ਖਰਾ ਉਤਰੂਗਾ। ਕਾਂਗਰਸ ਦੇ ਲੀਡਰ ਕਹਿ ਰਹੇ ਨੇ ਜਾਂ ਬੀਜੇਪੀ ਦੇ ਲੀਡਰ ਇਹ ਗੱਲ ਕਹਿ ਰਹੇ ਨੇ ਕਿ ਲਾਅ ਐਂਡ ਆਰਡਰ ਸਰਕਾਰ ਦੇ ਵੱਸ ਦੀ ਗੱਲ ਹੀ ਹੈ ਨਹੀਂ, ਸਰਕਾਰ ਕੋ ਕੰਟਰੋਲ ਹੀ ਨਹੀਂ ਹੋ ਰਿਹਾ, ਗੈਂਗਸਟਰ ਬਹੁਤ ਵੱਧ ਗਏ, ਸੜਕਾਂ ਤੇ ਖੂਨ ਡੁੱਲ ਰਿਹਾ। ਗੈਂਗਸਟਰ 3 ਮਹੀਨਿਆਂ 'ਚ ਪੈਦਾ ਹੋਏ ਨੇ। ਗੈਂਗਸਟਰ ਪੈਦਾ ਕਿਹਨੇ ਕੀਤੇ ਨੇ? ਪੈਦਾ ਕੀਤੇ ਨੇ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ। ਗੈਂਗਸਟਰ ਪੈਦਾ ਕੀਤੇ ਨੇ ਅਕਾਲੀ ਦਲ ਬੀਜੇਪੀ ਦੇ ਨੇਤਾਵਾਂ ਨੇ। ਕਦੇ ਕਿਸੇ ਦੀ ਅਰੈਸਟ ਪਾਈ, ਕਦੇ ਕੋਈ ਜਾਂਚ ਕੀਤੀ? 5 ਸਾਲ ਲਗਾਤਾਰ ਗੈਂਗਸਟਰ ਬਾਰ ਨੂੰ ਵਧਾਉਂਦੇ ਰਹੇ ਕਾਂਗਰਸ ਪਾਰਟੀ। ਔਰ ਉਸ ਤੋਂ ਪਹਿਲਾਂ ਪੰਜਾਬ ਦਾ ਬੱਚਾ ਜਾਣਦਾਗਾ ਕਿ ਸੁਖਬੀਰ ਸਿੰਘ ਬਾਦਲ ਨੇ ਗੈਂਗਸਟਰ ਪਾਲੇ ਹੋਏ ਸੀ ਪੰਜਾਬ 'ਚ। 27 ਜੂਨ ਨੂੰ ਆਮ ਆਦਮੀ ਪਾਰਟੀ ਦਾ ਪਹਿਲਾ ਬਜਟ ਪੰਜਾਬ ਵਿਧਾਨ ਸਭਾ ਦੇ ਵਿੱਚ ਲਿਆਂਦਾ ਜਾਣਾ ਹੈ। ਬਜਟ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਹੈ? ਕਿਉਂਕਿ ਬਹੁਤ ਸਾਰੇ ਵੱਡੇ ਚੁਣਾਵੀ ਵਾਅਦੇ ਕੀਤੇ ਗਏ ਨੇ। ਬਜਟ ਦੇ ਵਿੱਚ ਕੀ ਖਾਸ ਆਏਗਾ? ਕਿਉਂਕਿ ਬਦਲਾਵ ਦੇ ਨਾਅਰੇ ਤੇ ਸਰਕਾਰ ਆਈ ਹੈ। ਪਹਿਲਾਂ ਨਾਲੋਂ ਇਸ ਵਾਰੀ ਦੇ ਬਜਟ 'ਚ ਵੀ ਕੀ ਬਦਲਾਵ ਹੋਏਗਾ? ਲੋਕਾਂ ਦੀਆਂ ਬਹੁਤ ਉਮੀਦਾਂ ਨੇ। ਸਾਡੇ ਨਾਲ ਪੰਜਾਬ ਦੇ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਮੌਜੂਦ ਨੇ। ਚੀਮਾ ਸਾਹਿਬ, ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਚੀਮਾ ਸਾਹਿਬ, ਜਿੰਨੀਆਂ ਉਮੀਦਾਂ ਤੁਹਾਡੀ ਸਰਕਾਰ ਤੋਂ ਸੀਗੀਆਂ ਉਸ ਤੋਂ ਜ਼ਿਆਦਾ ਹੁਣ ਬਜਟ ਤੇ, ਕਿਉਂਕਿ ਅਮਲੀ ਰੂਪ ਬਜਟ ਨੇ ਦੇਣਾ ਲੋਕਾਂ ਦੀਆਂ ਉਮੀਦਾਂ ਨੂੰ, ਕੀ ਖਾਸ ਹੋਏਗਾ ਮੋਟੇ ਤੌਰ ਤੇ ਦੱਸੋ? ਬਿਲਕੁਲ ਪਹਿਲੀ ਵਾਰ ਹੋ ਰਿਹਾ ਹੈਗਾ ਕਿ ਮੈਂ ਸਮਝਦਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਨਤਾ ਦਾ ਬਜਟ ਆਮ ਆਦਮੀ ਪਾਰਟੀ ਦੀ ਸਰਕਾਰ ਪੇਸ਼ ਕਰਨ ਜਾ ਰਹੀ ਆ। ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਾਈ ਸੀ ਕਿ ਪੰਜਾਬ ਦੇ ਕੋਨੇ-ਕੋਨੇ 'ਚ ਜਾਇਆ ਜਾਵੇ। ਪੰਜਾਬ ਦੀ ਇੰਡਸਟਰੀ, ਪੰਜਾਬ ਦਾ ਵਪਾਰ, ਪੰਜਾਬ ਦਾ ਕਿਸਾਨ, ਪੰਜਾਬ ਦਾ ਨੌਜਵਾਨ, ਪੰਜਾਬ ਦੀਆਂ ਔਰਤਾਂ, ਹਰ ਇੱਕ ਵਰਗ ਦੇ ਨਾਲ, ਪੰਜਾਬ ਦਾ ਦਲਿਤ ਭਾਈਚਾਰਾ, ਸਭ ਦੇ ਨਾਲ ਗੱਲਬਾਤ ਕਰਕੇ ਇੱਕ ਲੋਕ ਪੱਖੀ ਇੱਕ ਜਨਤਾ ਦਾ ਬਜਟ ਤਿਆਰ ਕੀਤਾ ਜਾਵੇ। ਔਰ ਲਗਭਗ ਮੈਂ ਸਾਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗਿਆ ਔਰ ਜਾ ਕੇ ਲੋਕਾਂ ਦੀ ਰਾਏ ਜਾਣੀ ਔਰ ਰਾਏ ਜਾਣਨ ਤੋਂ ਬਾਅਦ ਮੈਂ ਸਮਝਦਾ ਇੱਕ ਜਨਤਾ ਦਾ ਬਜਟ ਜਿਹੜਾ ਤਿਆਰ ਕੀਤਾ ਜਾ ਰਿਹਾ ਔਰ 27 ਤਰੀਕ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪੇਸ਼ ਕੀਤਾ ਜਾਊਗਾ। ਸੋ 27 ਤਰੀਕ ਨੂੰ 11 ਵਜੇ ਬਜਟ ਪੇਸ਼ ਹੋਇਆ ਨਾ। ਹਰਪਾਲ ਸਿੰਘ ਚੀਮਾ ਦੀ ਪਹਿਲੀ ਬਜਟ ਸਪੀਚ ਹੋਏਗੀ। ਪਿਛਲੇ ਸਾਲ ਤੁਸੀਂ ਵਿਰੋਧੀ ਧਿਰ ਦੀਆਂ ਕੁਰਸੀਆਂ ਤੇ ਬੈਠ ਕੇ ਦੇਖਦੇ ਰਹੇ। ਕਿੰਨਾ ਕੁ ਪ੍ਰੈਸ਼ਰ ਹੁੰਦਾ ਇਸ ਚੀਜ਼ ਦਾ? ਪਹਿਲੀ ਵਾਰੀ ਤੁਸੀਂ ਆਪਣਾ ਐਜ਼ ਏ ਫਾਈਨੈਂਸ ਮਿਨਿਸਟਰ ਬਣੇ ਹੋ, ਪਹਿਲੀ ਵਾਰੀ ਬਜਟ ਲੈ ਕੇ ਆਣਾ, ਮੈਂਟਲ ਪ੍ਰੈਸ਼ਰ ਵੀ ਹੁੰਦਾ ਨਾ, ਲੋਕਾਂ ਦੀ ਉਮੀਦਾਂ ਹੁੰਦੀਆਂ ਔਰ ਜ਼ਿੰਮੇਵਾਰੀ ਬਹੁਤ ਵੱਡੀ ਹੈ ਸਟੇਟ ਦਾ ਖਜ਼ਾਨਾ ਚਲਾਉਣਾ। ਬਿਲਕੁਲ ਜ਼ਿੰਮੇਵਾਰੀ ਬਹੁਤ ਵੱਡੀ ਆ ਕਿਉਂਕਿ ਵਿਰਾਸਤ ਦੇ ਵਿੱਚ ਕੁਝ ਮਿਲਿਆ ਨਹੀਂ। ਵਿਰਾਸਤ ਦੇ ਵਿੱਚ ਕੁਝ ਮਿਲਿਆ ਨਹੀਂ। ਪੁਰਾਣੀਆਂ ਸਰਕਾਰਾਂ ਨੇ, ਚਾਹੇ ਕਾਂਗਰਸ ਪਾਰਟੀ ਦੀ ਰਹੀ ਹੋਵੇ, ਚਾਹੇ ਅਕਾਲੀ ਦਲ ਬੀਜੇਪੀ ਦੀ ਸਰਕਾਰ ਰਹੀ ਹੋਵੇ, ਉਹਨਾਂ ਨੇ ਬੜੀ ਬੇਰਹਿਮੀ ਦੇ ਨਾਲ ਪੰਜਾਬ ਦਾ ਜਿਹੜੇ ਆਰਥਿਕ ਸਾਧਨ ਸੀ ਉਹਨਾਂ ਦਾ ਸ਼ੋਸ਼ਣ ਕੀਤਾ, ਉਹਨਾਂ ਨੂੰ ਬਰਬਾਦ ਕੀਤਾ। ਸੋ ਪੰਜਾਬ ਦੇ ਲੋਕਾਂ ਨੇ ਭਾਰੀ ਬਹੁਮਤ ਆਮ ਆਦਮੀ ਪਾਰਟੀ ਨੂੰ ਦਿੱਤਾ। ਲਗਭਗ 92 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ 117 ਚੋਂ। ਸੋ ਸਾਡੀ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਦੇ ਲੋਕਾਂ ਲਈ ਆ ਕਿ ਪੰਜਾਬ ਦਾ ਫਾਈਨਾਂਸ ਠੀਕ ਕਰੋ, ਪੰਜਾਬ ਦੀ ਆਰਥਿਕਤਾ ਨੂੰ ਠੀਕ ਕਰੋ। ਉਹ ਜ਼ਿੰਮੇਵਾਰੀ ਜਿਹੜੀ ਆ ਬੇਸ਼ੱਕ ਬੜੀ ਚੈਲੰਜ ਭਰੀ ਆ, ਬਹੁਤ ਵੱਡੀਆਂ ਮੁਸ਼ਕਲਾਂ ਨੇਗੀਆਂ, ਪਰ ਲੇਕਿਨ ਡਿਊਟੀ ਪੰਜਾਬ ਦੇ ਲੋਕਾਂ ਨੇ ਲਈ ਆ ਔਰ ਪੰਜਾਬ ਦੇ ਲੋਕਾਂ ਨੇ ਸਾਡੇ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾਗਾ। ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ, ਅਰਵਿੰਦ ਕੇਜਰੀਵਾਲ ਜੀ ਦਾ ਗੁੱਡ ਗਵਰਨੈਂਸ ਦਾ ਮਾਡਲ, ਐਜੂਕੇਸ਼ਨ ਦਾ ਮਾਡਲ, ਹੈਲਥ ਦਾ ਮਾਡਲ, ਉਹਦੇ ਤੇ ਮੋਹਰ ਲਾਈ ਆ। ਸੋ ਬਿਲਕੁਲ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਉੱਤੇ 100% ਖਰੇ ਉਤਰਾਂਗੇ ਔਰ 100% ਜਿਹੜਾ ਬਜਟ ਹੋਊਗਾ ਉਹ ਜਨਤਾ ਦਾ ਬਜਟ ਪੇਸ਼ ਕਰਾਂਗੇ। ਜਿਹੜੀਆਂ ਦੋ ਤੁਹਾਡੀਆਂ ਫਲੈਗਸ਼ਿਪ ਸਕੀਮ ਸੀਗੀਆਂ, ਹੈਲਥ ਔਰ ਐਜੂਕੇਸ਼ਨ, ਸਭ ਤੋਂ ਜ਼ਿਆਦਾ ਪ੍ਰਚਾਰ ਤੁਸੀਂ ਇਸੇ ਚੀਜ਼ ਦਾ ਕੀਤਾ ਸੀ, ਬਿਹਤਰ ਕਰਾਂਗੇ। ਪਿਛਲੇ ਸਰਕਾਰ ਦੇ ਹੈਲਥ ਬਜਟ ਦੇ ਨਾਲੋਂ ਜਾਂ ਪਿਛਲੀ ਸਰਕਾਰ ਦੇ ਐਜੂਕੇਸ਼ਨ ਦੇ ਬਜਟ ਨਾਲੋਂ ਕੀ ਕਹਿ ਸਕਦੇ ਹੋ? ਉਹ ਬਜਟ ਦੇ ਵਿੱਚ ਵਾਧਾ ਹੋਏਗਾ ਜਾਂ ਸਕੂਲ ਐਜੂਕੇਸ਼ਨ ਸਿਸਟਮ ਦੇ ਢਾਂਚੇ ਦੇ ਲਈ, ਹੈਲਥ ਸਿਸਟਮ ਦੇ ਢਾਂਚੇ ਦੇ ਲਈ ਕੁਝ ਡਿਸੀਜਨ ਕਿਸ ਤਰ੍ਹਾਂ ਦੇ ਆ ਸਕਦੇ ਨੇ? ਬਿਲਕੁਲ ਅਰਵਿੰਦ ਕੇਜਰੀਵਾਲ ਜੀ ਨੇ ਐਜੂਕੇਸ਼ਨ ਦਾ ਮਾਡਲ, ਹੈਲਥ ਦਾ ਮਾਡਲ, ਟਰਾਂਸਪੋਰਟ ਦਾ ਮਾਡਲ, ਬਹੁਤ ਸਾਰੇ ਮਾਡਲ ਜਿਹੜੇ ਹੈਗੇ ਨੇ ਉਹ ਦਿੱਲੀ ਦੇ ਵਿੱਚ ਬਾਖੂਬੀ ਉਹਨਾਂ ਨੂੰ ਅਜ਼ਮਾਇਆ ਔਰ ਲਾਗੂ ਕੀਤਾ ਔਰ ਬਹੁਤ ਸਾਰੇ ਰਿਜ਼ਲਟ ਨੇ ਜਿਹੜੇ ਸਾਹਮਣੇ ਆਏ ਔਰ ਪੰਜਾਬ ਦੇ ਲੋਕਾਂ ਨੇ ਖੁੱਲ੍ਹ ਕੇ ਅਰਵਿੰਦ ਕੇਜਰੀਵਾਲ ਜੀ ਦੇ ਮਾਡਲ ਤੇ, ਗੁੱਡ ਗਵਰਨੈਂਸ ਦੇ ਮਾਡਲ ਤੇ ਮੋਹਰ ਲਾਈ ਆ। ਬਿਲਕੁਲ ਅਸੀਂ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਦੀਆਂ, ਖਾਸ ਕਰਕੇ ਚਾਹੇ ਐਜੂਕੇਸ਼ਨ ਦੀ ਗੱਲ ਕਰ ਲਈਏ, ਹੈਲਥ ਸੈਕਟਰ ਦੀ ਗੱਲ ਕਰ ਲਈਏ, ਉਹਨਾਂ ਸਾਰੀਆਂ ਜਿਹੜੀਆਂ ਲੋਕਾਂ ਦੀਆਂ ਆਸਾਵਾਂ ਨੇਗੀਆਂ ਉਹਨਾਂ ਨੂੰ ਪੂਰਾ ਰੱਖ ਕੇ ਜਿਹੜਾ ਇਸ ਬਜਟ ਤਿਆਰ ਕੀਤਾ ਜਾ ਰਿਹਾ ਹੈਗਾ।
ਚੀਮਾ ਸਾਹਿਬ ਇੱਕ ਹੋਰ ਚੀਜ਼ ਹੈ, ਪਿਛਲੇ ਦਿਨਾਂ ਦੇ ਦੌਰਾਨ ਜਿਹੜੀ ਲੀਕਰ ਪਾਲਿਸੀ ਆਈ ਹੈ ਸਰਕਾਰ ਦੀ, ਸ਼ਰਾਬ ਦੇ ਠੇਕੇਦਾਰਾਂ ਨੇ ਬੜਾ ਵਿਰੋਧ ਕੀਤਾ, ਕਹਿੰਦੇ ਕਿ ਸਰਕਾਰ ਆਪਣਾ ਖਜ਼ਾਨਾ ਤੇ ਭਰਨਾ ਚਾਹੁੰਦੀ ਹੈ ਪਰ ਉਹ ਕੁਝ ਵੱਡਿਆਂ ਘਰਾਣਿਆਂ ਨੂੰ ਖੁਸ਼ ਕਰਕੇ ਭਰਨਾ ਚਾਹੁੰਦੀ ਹੈ। ਇਹ ਜਦੋਂ ਤੁਸੀਂ ਇਹ ਬਜਟਰੀ ਐਲੋਕੇਸ਼ਨਸ ਹੁੰਦੀਆਂ ਨੇ ਸਾਰੀਆਂ, ਹਨਾ, ਇਸ ਚੀਜ਼ ਦਾ ਮੰਨ ਲਓ ਵੀ ਅਸੀਂ ਕਹਿ ਸਕਦੇ ਹਾਂ ਕਿ ਬਜਟ ਆਉਣ ਤੋਂ ਪਹਿਲੇ ਬਜਟ ਦੀਆਂ ਪ੍ਰੋਵੀਜ਼ਨ ਤੇ ਹੀ ਸਵਾਲ ਉੱਠ ਗਿਆ, ਉਂਗਲ ਉੱਠ ਗਈ, ਵਿਰੋਧ ਹੋ ਗਿਆ। ਦੇਖੋ, ਐਕਸਾਈਜ਼ ਦੀ ਪਾਲਿਸੀ ਲਗਭਗ 20 ਸਾਲਾਂ ਬਾਅਦ ਪਹਿਲੀ ਵਾਰ ਇੱਕ ਅਲੱਗ ਕਿਸਮ ਦੀ ਤਿਆਰ ਹੋਈ ਆ। 20 ਸਾਲ ਤੋਂ ਇੱਕੋ ਕਿਸਮ ਦੀ ਪਾਲਿਸੀ ਜਿਹੜੀ ਆ ਉਹ ਲਗਾਤਾਰ ਚੱਲੀ ਆ ਰਹੀ ਸੀ, ਔਰ ਜਿਹਦੇ ਨਾਲ ਪੰਜਾਬ ਦਾ ਬਹੁਤ ਸਾਰਾ ਰੈਵਨਿਊ ਜਿਹੜਾ ਹੈਗਾ ਸੀਗਾ ਉਹ ਖਜ਼ਾਨੇ 'ਚ ਨਹੀਂ ਆ ਰਿਹਾ ਸੀਗਾ। ਸੋ ਪਹਿਲੀ ਵਾਰ ਇੱਕ ਲੋਕ ਪੱਖੀ, ਪਹਿਲੀ ਵਾਰ ਇੱਕ ਸਟੇਟ ਦੇ ਪੱਖੀ ਇੱਕ ਰੈਵਨਿਊ ਦੇਖ ਕੇ ਪਾਲਿਸੀ ਤਿਆਰ ਕੀਤੀ ਗਈ ਆ। ਸੋ ਮੈਂ ਸਮਝਦਾ ਇਹਦੇ ਨਾਲ ਪੰਜਾਬ ਦੇ ਖਜ਼ਾਨੇ ਦੇ ਵਿੱਚ ਬਹੁਤ ਸਾਰਾ ਪੈਸਾ ਆਊਗਾ, ਔਰ ਪੰਜਾਬ ਦੀ ਇਕਨੋਮੀ ਜਿਹੜੀ ਡਗਮਗਾ ਗਈ ਸੀ, ਜਿਹੜੀ ਦੂਜੀਆਂ ਪਾਰਟੀਆਂ ਨੇ ਮੈਂ ਸਮਝਦਾ ਕੋਈ ਧਿਆਨ ਨਹੀਂ ਦਿੱਤਾ, ਉਹ ਲੀਹਾਂ ਤੇ ਆਊਗੀ। ਸੋ ਪਾਲਿਸੀ ਬੜੀ ਅੱਛੇ ਤਰੀਕੇ ਨਾਲ ਤਿਆਰ ਕੀਤੀ ਆ, ਔਰ ਬਹੁਤ ਸਾਰੇ ਸਾਡੇ ਜਿਹੜੇ ਠੇਕੇਦਾਰ ਨੇ ਉਹ ਪਾਰਟਿਸਿਪੇਟ ਕਰ ਰਹੇ ਨੇਗੇ। ਵਿਡ ਜਿਹੜੀ ਆ ਬੜੀ ਜਲਦੀ ਆਪਣੀਆਂ ਵਿਡਸ ਪਾ ਰਹੇ ਨੇਗੇ। ਸੋ ਮੈਂ ਸਮਝਦਾ ਸਾਡੀ ਇੱਕ ਸਕਸੈਸਫੁਲ ਪਾਲਿਸੀ ਹੋਊਗੀ, ਔਰ ਜਿਹਦੇ ਨਾਲ ਪੰਜਾਬ ਵਿਰੋਧ ਕਰ ਰਹੇ ਇਹਨਾਂ ਨੂੰ ਸੈਟੀਸਫਾਈ ਕਰ ਲਓਗੇ ਤੁਸੀਂ? ਡਿਸਕਸ਼ਨ, ਡਿਸਕੋਰਸ ਬਿਲਕੁਲ, ਬਹੁਤ ਸਾਰੀਆਂ ਮੰਗਾਂ ਸੀਆਂ, ਜਿਨ੍ਹਾਂ ਨੇ ਵੀ ਆ ਕੇ ਪ੍ਰੋਟੈਸਟ ਕੀਤਾ ਜਾਂ ਆਪਣੀਆਂ ਗੱਲ ਰੱਖੀ, ਉਹਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਸੀ, ਉਹ ਲਗਭਗ ਸਾਰੀਆਂ ਮੰਨ ਲਈਆਂ ਗਈਆਂ ਨੇਗੀਆਂ। ਕਿਸੇ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ, ਔਰ ਬਹੁਤ ਸਾਰੇ ਲੋਕ ਜਿਹੜੇ ਵੇਟ ਕਰ ਰਹੇ ਨੇਗੇ, ਔਰ ਉਸ ਤੋਂ ਬਾਅਦ ਮੈਂ ਸਮਝਦਾ ਉਹਨਾਂ ਨੂੰ ਜਿੰਨੇ ਵੀ ਬੈਂਡਸ ਨੇ, ਠੇਕੇ ਨੇ, ਉਹ ਅਲਾਟ ਹੋਣਗੇ, ਔਰ ਇੱਕ ਸਾਡੀ ਜਿਹੜੀ ਪਾਲਿਸੀ ਆ ਉਹ ਸਕਸੈਸਫੁਲ ਪਾਲਿਸੀ ਸਾਬਤ ਹੋਊਗੀ। ਪੰਚਾਇਤ ਦੀਆਂ ਜ਼ਮੀਨਾਂ ਜਿਹੜੀਆਂ ਛੁਡਵਾਈਆਂ ਗਈਆਂ ਬਹੁਤ ਸਾਰੀਆਂ, ਸੀਐਮ ਸਾਹਿਬ ਨੇ ਕੱਲ ਕਿਹਾ ਕਿ ਅਸੀਂ 6000 ਏਕੜ ਦੇ ਕਰੀਬ ਜ਼ਮੀਨਾਂ ਛੁਡਵਾ ਲਈਆਂ। ਉਹਨਾਂ ਜ਼ਮੀਨਾਂ ਦੇ ਨਾਲ ਵੀ ਰੈਵਨਿਊ ਜਨਰੇਟ ਕਰ ਪਾਏਗੀ ਸਰਕਾਰ? ਉਹਨਾਂ ਜ਼ਮੀਨਾਂ ਦਾ ਹੁਣ ਕਰੇਗੀ ਕੀ? ਕਿਉਂਕਿ ਪੰਚਾਇਤੀ ਜ਼ਮੀਨਾਂ ਕਬਜ਼ੇ ਤੇ ਤੁਸੀਂ ਛੁਡਵਾ ਲਏ, ਹੁਣ ਉਹ ਲੋਕਾਂ ਨੂੰ ਦਿੱਤੀਆਂ ਜਾਣਗੀਆਂ, ਮਤਲਬ ਉਹਦਾ ਇਸਤੇਮਾਲ ਕਿਵੇਂ ਹੋਏਗਾ? ਕਿਉਂਕਿ ਅਸੀਂ ਕਈ ਥਾਵਾਂ ਤੇ ਦੇਖਦੇ ਹਾਂ ਆਕਸ਼ਨ ਹੁੰਦੀਆਂ ਜ਼ਮੀਨਾਂ ਦੀਆਂ, ਠੇਕੇ ਤੇ ਦਿੱਤੀਆਂ ਜਾਂਦੀਆਂ ਜਾਂ ਕੁਝ ਵੀ, ਉਹਨੂੰ ਰੈਵਨਿਊ ਮੇਕਿੰਗ 'ਚ ਕਨਵਰਟ ਕਿਵੇਂ ਕਰੋਗੇ? ਬਿਲਕੁਲ, ਜਦੋਂ ਜਿਹੜੀ ਜ਼ਮੀਨ ਪੰਜਾਬ ਸਰਕਾਰ ਦੀ ਜ਼ਮੀਨ, ਪੰਚਾਇਤੀ ਡਿਪਾਰਟਮੈਂਟ ਦੀ ਜ਼ਮੀਨ ਜਦੋਂ ਕਿਸੇ ਬੰਦੇ ਨੇ ਦੱਬੀ ਹੋਈ ਆ, ਕਿਸੇ ਵਿਸ਼ੇਸ਼ ਵਿਅਕਤੀ ਨੇ ਦੱਬੀ ਹੋਈ ਆ, ਤਾਂ ਉਹ ਸਾਰਾ ਪੈਸਾ ਜਿਹੜਾ ਸਰਕਾਰ ਦੇ ਖਜ਼ਾਨੇ 'ਚ ਆਉਣਾ ਚਾਹੁੰਦਾ ਸੀਗਾ, ਉਹ ਜਿਹਨੇ ਜ਼ਮੀਨ ਦੱਬੀ ਹੋਈ ਆ ਉਹਦੇ ਕੋਲ ਜਾ ਰਿਹਾ ਸੀਗਾ। ਸੋ ਅਸੀਂ ਉਹ ਜ਼ਮੀਨ ਦਬਾ ਕੇ ਹੁਣ ਸਾਰੀਆਂ ਆਕਸ਼ਨ ਹੋ ਰਹੀਆਂ ਨੇਗੀਆਂ, ਸਾਰੀਆਂ ਨੂੰ ਅਸੀਂ ਠੇਕੇ ਤੇ ਚੜਾ ਰਹੇ ਹਾਂ, ਉਹ ਤੋਂ ਪੈਸਾ ਆਉਣਾਗਾ ਉਹ ਸਾਰਾ ਸਰਕਾਰ ਕੋਲੇ ਆਊਗਾ, ਔਰ ਜੀਐਸਟੀ ਉਹ ਵੱਧ ਰਿਹਾਗਾ। ਸੋ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇੱਕ ਬੜਾ ਭਰੋਸਾ, ਇੱਕ ਉਮੀਦ ਜਿਹੜੀ ਆ, ਉਹ ਜਿਹੜੀ ਲੋਕਾਂ ਨੇ ਉਮੀਦ ਜਗਾਈ ਆ, ਉਹਦੇ ਤੇ ਲੋਕਾਂ ਨੂੰ ਭਰੋਸਾ ਗਾ ਕਿ ਹਾਂ ਸਾਡਾ ਪੈਸਾ ਖਜ਼ਾਨੇ ਜਾ ਰਿਹਾ ਹੈਗਾ। ਪਹਿਲਾਂ ਕੀ ਹੋ ਰਿਹਾ ਸੀ ਪੁਰਾਣੀਆਂ ਸਰਕਾਰਾਂ ਦੇ ਉੱਤੇ, ਉਹਨਾਂ ਨੂੰ ਦੱਸੀ ਬੇਈਮਾਨ ਸਰਕਾਰਾਂ ਨੇਗੀਆਂ, ਪੈਸਾ ਟੈਕਸ ਪੇਅਰ ਸਹੀ ਪੈਸਾ ਦਿੰਦਾ ਹੈਗਾ, ਪਰ ਲੇਕਿਨ ਕਿਤੇ ਨਾ ਕਿਤੇ ਉਹ ਪੈਸਾ ਜਿਹੜਾ ਹੈਗਾ ਸੀਗਾ ਉਹ ਖਜ਼ਾਨੇ ਬਚਾਉਣ ਦੀ ਥਾਂ ਤੇ ਨਿੱਜੀ ਲੋਕਾਂ ਦੀਆਂ ਜੇਬਾਂ ਜਾਂਦਾ ਸੀ, ਪੋਲੀਟੀਸ਼ੀਅਨ ਦੀ ਜੇਬਾਂ ਦੇ ਵਿੱਚ ਜਾਂਦਾ ਸੀ, ਕੁਝ ਬਿਊਰੋਕਰੇਟ ਦੇ ਜੇਬਾਂ ਦੇ ਵਿੱਚ ਜਾਂਦਾ ਸੀਗਾ। ਇਸ ਵਾਰ ਲੋਕ ਬੜੀ ਇਮਾਨਦਾਰੀ ਨਾਲ ਟੈਕਸ ਦੇ ਰਹੇ ਨੇ, ਉਹ ਸਾਰਾ ਪੈਸਾ ਜਿਹੜਾ ਖਜ਼ਾਨੇ ਚ ਆਊਗਾ। ਜਦੋਂ ਉਹ ਸਾਰਾ ਪੈਸਾ ਖਜ਼ਾਨੇ ਚ ਆਊਗਾ ਤਾਂ ਬਿਲਕੁਲ 100% ਜਿਹੜੀਆਂ ਗਰੰਟੀਆਂ, ਜਿਹੜੇ ਵਾਅਦੇ ਅਰਵਿੰਦ ਕੇਜਰੀਵਾਲ ਜੀ ਨੇ, ਸਰਦਾਰ ਭਗਵੰਤ ਸਿੰਘ ਮਾਨ ਜੀ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਨੇ, 100% ਪੂਰੇ ਕੀਤੇ ਜਾਣ। ਕਿਉਂਕਿ ਟੈਕਸ ਦੇ ਪੈਸੇ ਦਾ ਮਤਲਬ ਕੀ ਹੁੰਦਾ ਕਿ ਜਿਹੜੇ ਲੋਕ ਟੈਕਸ ਪੇਅਰ ਨੇ, ਜਿਹੜੇ ਲੋਕ ਸੁਖੀ ਨੇ, ਪਬਲਿਕ ਦਾ ਪੈਸਾ ਗਾ, ਉਹ ਪੈਸਾ ਜਦੋਂ ਖਜ਼ਾਨੇ ਚ ਆਉਣਾਗਾ, ਉਸੇ ਪੈਸੇ ਨੂੰ ਲੋਕਾਂ ਦੀ ਬਿਹਤਰੀ ਲਈ, ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਖਰਚ ਕਰਨਾ ਹੁੰਦਾਗਾ। ਪਰ ਲੇਕਿਨ ਹੁਣ ਤੱਕ ਜੋ ਵੀ ਕੁਝ ਹੋਇਆ ਲੋਕਾਂ ਦੇ ਸਾਹਮਣੇ ਆ, ਪਰ ਇਸ ਵਾਰ ਅਸੀਂ ਜਿਹੜਾ ਉਹ ਸਾਰਾ ਪੈਸਾ ਗਾ ਉਹਨੂੰ ਸਹੀ ਢੰਗ ਨਾਲ ਉਹਦਾ ਸਦਉਪਯੋਗ ਕਰਾਂਗੇ, ਉਹਨੂੰ ਸਹੀ ਢੰਗ ਨਾਲ ਲੋਕਾਂ ਦੀਆਂ ਸਹੂਲਤਾਂ ਤੇ ਲਾਵਾਂਗੇ। ਚੀਮਾ ਸਾਹਿਬ, ਇੱਕ ਹੋਰ ਚੀਜ਼ ਹੈ, ਜਿੰਨੀਆਂ ਜ਼ਮੀਨਾਂ ਦੱਬੀਆਂ ਗਈਆਂ, ਇਹ ਠੀਕ ਹੈ ਤੁਸੀਂ ਕਹਿਤਾ ਕਿ ਅਸੀਂ ਰੈਵਨਿਊ 'ਚ ਕਨਵਰਟ ਕਰ ਦਾਂਗੇ, ਸਰਕਾਰ ਨੂੰ ਰੈਵਨਿਊ ਆਉਣ ਲਾ ਦਾਂਗੇ ਇਹਨਾਂ ਜ਼ਮੀਨਾਂ ਤੋਂ। ਇਹਨਾਂ ਜ਼ਮੀਨਾਂ ਦੀ ਕੋਈ ਮੈਪਿੰਗ ਹੋਈ ਆ ਹੁਣ ਤੱਕ ਕਿ ਕਿੰਨੀਆਂ ਜ਼ਮੀਨਾਂ ਦੱਬੀਆਂ ਹੋਈਆਂ ਨੇ, ਇੰਨੀਆਂ ਅਸੀਂ ਛੁਡਵਾ ਲੈਂਦੇ ਆ ਤੇ ਸਾਨੂੰ ਸਰਕਾਰ ਇੰਨਾ ਕੁ ਆਪਣਾ ਰੈਵਨਿਊ ਜਨਰੇਟ ਕਰਨ 'ਚ ਕਾਮਯਾਬ ਹੋ ਜਾਊਗੀ? ਬਿਲਕੁਲ, ਸਾਡੇ ਮਾਨਯੋਗ ਪੰਚਾਇਤ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਨੇ ਬਿਲਕੁਲ ਰੋਡ ਮੈਪ ਤਿਆਰ ਕੀਤਾ ਹੋਇਆ, ਲਗਾਤਾਰ ਪੰਜਾਬ 'ਚ ਜਾ ਰਹੇ ਨੇਗੇ, ਔਰ ਜਾ ਕੇ ਔਰ ਉਹ ਸਾਰੀਆਂ ਜ਼ਮੀਨਾਂ, ਬਹੁਤ ਸਾਰੇ ਲੋਕ ਤਾਂ ਮੇਰੇ ਹਲਕੇ ਦੇ ਵਿੱਚ ਤਾਂ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਉਹ ਜ਼ਮੀਨ ਜਿਹੜੀ ਛੱਡ ਦਿੱਤੀ ਆ, ਆਪਣੇ ਵਲੰਟੀਅਰਲੀ ਲੋਕ ਛੱਡ ਰਹੇ ਨੇ, ਲੋਕ ਸਰਕਾਰ ਦੇ ਨਾਲ ਖੜੇ ਨੇਗੇ, ਲੋਕ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰ ਰਹੇ ਨੇਗੇ। ਸੋ ਲੋਕ ਆਪਣੇ ਆਪ ਛੱਡਣ ਲੱਗੇ। ਸੋ ਇਸ ਮੁਹਿੰਮ ਨੂੰ ਭਾਰੀ ਹੁੰਗਾਰਾ ਮਿਲ ਰਿਹਾ, ਔਰ ਬਹੁਤ ਵੱਡੀ ਪੱਧਰ ਤੇ ਜਿਹੜਾ ਰੈਵਨਿਊ ਜਨਰੇਟ ਹੋਣਾਗਾ। ਔਰ ਗੈਰ ਕਾਨੂੰਨੀ ਕੰਮ ਨੇ ਜਿਹੜੇ ਗੈਰ ਕਾਨੂੰਨੀ ਕੰਮ ਨੇ, ਚਾਹੇ ਉਹ ਕਿਸੇ ਵੀ ਲੈਵਲ ਦੇ ਨੇ, ਜਿਹੜਾ ਮਾਫੀਆ ਰਾਜ ਇਹਨਾਂ ਦੂਜੀਆਂ ਪੋਲੀਟੀਕਲ ਪਾਰਟੀਆਂ ਨੇ ਕਾਇਮ ਕੀਤਾ ਸੀਗਾ, ਉਹ ਮਾਫੀਆ ਰਾਜ ਦਾ ਅੰਤ ਹੋ ਰਿਹਾਗਾ, ਮਾਫੀਆ ਰਾਜ ਦਾ ਅੰਤ ਹੋ ਰਿਹਾਗਾ। ਔਰ ਲੋਕ ਕਾਨੂੰਨ ਦੇ ਵਿੱਚ ਹੋਰ ਪੱਕੇ ਹੋ ਰਹੇ ਨੇ, ਪਰਪੱਕ ਹੋ ਰਹੇ ਨੇ, ਵਿਸ਼ਵਾਸ ਵੱਧ ਰਿਹਾ ਲੋਕਾਂ ਦਾ, ਕਿਉਂਕਿ ਇੱਕ ਕਾਨੂੰਨ ਨੂੰ ਮੰਨਣ ਵਾਲੀ ਸਰਕਾਰ ਆਈ ਆ। ਪਹਿਲਾਂ ਲੋਕ ਸੀਗੇ ਕਾਨੂੰਨ ਤੋੜਨ ਵਾਲੇ ਸੀਗੇ,
ਪੈਸੇ ਨੂੰ ਬਰਬਾਦ ਕਰਨ ਵਾਲੇ ਸੀ। ਹੁਣ ਲੋਕਾਂ ਨੂੰ ਉਮੀਦ ਆ ਕਿ ਹਾਂ ਯਾਰ ਇਮਾਨਦਾਰ ਲੋਕਾਂ ਦੀ ਸਰਕਾਰ ਆ, ਸੋ ਇਮਾਨਦਾਰੀ ਨਾਲ ਲੋਕ ਕੰਮ ਕਰ ਰਹੇ ਨੇ। ਸੋ ਮੈਂ ਸਮਝਦਾ ਕਾਨੂੰਨ ਦਾ ਰਾਜ, ਲਾਅ ਆਫ ਦੀ ਲੈਂਡ ਜਿਹੜਾ ਉਹ ਐਸਟੈਬਲਿਸ਼ ਹੋ ਰਿਹਾ, ਲਾਗੂ ਹੋ ਰਿਹਾ। ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਸਟੇਟ ਦੀ। ਅਸੀਂ ਕਹਿ ਦਿੰਦੇ ਹਾਂ ਕਿ ਜੀ ਅਸੀਂ ਇੰਗਲੈਂਡ ਜਾਂਦੇ ਆ, ਅਸੀਂ ਅਮਰੀਕਾ ਜਾਂਦੇ ਆ ਜੀ, ਉੱਥੇ ਕਾਨੂੰਨ ਆ ਜੀ, ਲੋਕ ਲਾਈਨ 'ਚ ਖੜ ਕੇ ਗੱਲ ਕਰਦੇ ਨੇ। ਸੋ ਲੀਹਾਂ ਜਿਹੜੀਆਂ ਨੇ ਅਸੀਂ ਪਾ ਰਹੇ ਹਾਂਗੇ, ਸੋ ਉਸੇ ਤਰ੍ਹਾਂ ਦੇ ਕਾਨੂੰਨ ਬਣਨਗੇ, ਅੱਛਾ ਇਨਫਰਾਸਟ੍ਰਕਚਰ ਹੋਊਗਾ ਸਟੇਟ ਦੇ ਵਿੱਚ, ਅੱਛੀ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ। ਇਹਦੇ ਲਈ ਸਮਾਂ ਲੱਗਦਾ ਹੈ, 3 ਮਹੀਨੇ ਦਾ ਸਮਾਂ ਹੋਇਆਗਾ। ਬਹੁਤ ਸਾਰੀਆਂ ਯੋਜਨਾਵਾਂ ਜਿਹੜੀਆਂ ਨੇ ਉਹਨਾਂ ਦਾ ਐਲਾਨ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੀਤਾ ਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਗਰਾਊਂਡ ਤੇ ਲਾਗੂ ਹੋਣਗੀਆਂ। ਤੇ ਗਰਾਊਂਡ ਤੇ ਲਾਗੂ ਹੋਣਗੀਆਂ, ਮੈਂ ਸਮਝਦਾ ਤੇ ਇੱਕ ਲੋਕ ਜਿਹੜਾ ਆਪਣੇ ਆਪ ਨੂੰ, ਲੋਕਾਂ ਦਾ ਜੀਵਨ ਜਿਹੜਾ ਹੈਗਾ ਬਹੁਤ ਸੁਖਾਲਾ ਹੋ ਜਾਊਗਾ। ਇੱਕ ਹੋਰ ਚੀਜ਼ ਹੈ, ਜਿਸ ਤਰ੍ਹਾਂ ਦੇ ਨਾਲ ਅਨਾਉਂਸਮੈਂਟ ਸੀਗੀਆਂ, ਵੱਡੀਆਂ ਅਨਾਉਂਸਮੈਂਟ, ਫ੍ਰੀ ਬਿਜਲੀ 1000 ਰੁਪਏ ਮਹਿਲਾਵਾਂ ਨੂੰ, ਜਿਹੜੀਆਂ ਵੱਡੀਆਂ ਅਨਾਉਂਸਮੈਂਟ ਸੀਗੀਆਂ, ਕੁਝ ਇਹਨਾਂ ਨੂੰ ਲੈ ਕੇ ਜਿਹੜੇ ਵੱਡੇ ਚੋਣ ਵਾਅਦੇ ਸੀਗੇ, ਇਸ ਬਜਟ 'ਚ ਉਮੀਦ ਕੀਤੀ ਜਾ ਸਕਦੀ ਹੈ ਕੋਈ ਇੱਕ ਅੱਧਾ ਵਾਅਦਾ ਸਰਕਾਰ ਇਸ ਪਹਿਲੇ ਬਜਟ 'ਚ ਪੂਰਾ ਕਰ ਸਕਦੀ ਹੈ? ਦੇਖੋ, ਬਹੁਤ ਸਾਰੀਆਂ ਗਰੰਟੀਆਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ, ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤੀਆਂ ਨੇਗੀਆਂ। ਉਹਨਾਂ ਗਰੰਟੀਆਂ ਤੇ ਕੰਮ ਕਰਨ ਦੇ ਲਈ ਪੰਜਾਬ ਦੇ ਲੋਕਾਂ ਨੇ ਸਾਨੂੰ 5 ਸਾਲ ਦਾ ਮੈਂਡੇਟ ਦਿੱਤਾਗਾ, 5 ਸਾਲ ਦਾ ਸਮਾਂ ਦਿੱਤਾਗਾ। ਉਹ ਸਾਰੀਆਂ 100% ਉਹ ਗਰੰਟੀਆਂ ਜਿਹੜੀਆਂ ਨੇਗੀਆਂ ਉਹ ਪੂਰੀਆਂ ਕੀਤੀਆਂ ਜਾਣਗੀਆਂ। ਕੋਈ ਵੀ ਗਰੰਟੀ ਅਧੂਰੀ ਨਹੀਂ ਰਹੂਗੀ। ਇਹ ਅਸੀਂ ਦਿੱਲੀ 'ਚ ਵੀ ਕੀਤਾ ਸੀ। ਦਿੱਲੀ 'ਚ ਦੂਜਾ ਰਾਜ ਸਾਡਾ ਦਿੱਲੀ ਆ, ਜਿੱਥੇ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਨੇਗੇ। ਮੁੱਖ ਮੰਤਰੀ ਸਾਹਿਬ ਨੇ ਪੂਰੀਆਂ ਗਰੰਟੀਆਂ ਕੀਤੀਆਂ ਔਰ ਦੁਬਾਰੇ ਇਲੈਕਸ਼ਨ 'ਚ ਗਏ। ਇਸ ਵਾਰ ਸਾਨੂੰ 5 ਸਾਲ ਲਈ ਲੋਕਾਂ ਨੇ ਜਿਹੜਾ ਹੈਗਾ ਬਹੁਮਤ ਦਿੱਤਾਗਾ ਔਰ ਸਾਰੀਆਂ ਗਰੰਟੀਆਂ 100% ਪੂਰੀਆਂ ਕਰਾਂਗੇ। ਔਰ ਉਹਦੇ ਲਈ ਸਮਾਂ ਲੱਗਦਾ ਹੁੰਦਾਗਾ, ਹਰ ਚੀਜ਼ ਲਈ ਪੈਸਾ ਆਉਣਾਗਾ। ਪੈਸਾ ਆ ਕੇ ਜਿਹੜਾ ਪੈਸਾ, ਮੈਂ ਬਾਰ-ਬਾਰ ਕਹਿ ਰਿਹਾ ਕਿ ਜਿਹੜਾ ਪੈਸਾ ਆਊਗਾ ਉਹ ਲੋਕਾਂ ਤੇ ਖਰਚ ਕਰਾਂਗੇ। ਚੀਮਾ ਸਾਹਿਬ, ਇੱਕ ਚਰਚਾ ਚੱਲ ਰਹੀ ਹੈ ਬਜਟ ਤੋਂ ਪਹਿਲਾਂ ਕਿ ਸ਼ਾਇਦ ਕੁਝ ਸਬਸਿਡੀ ਸਰਕਾਰ ਬੰਦ ਕਰ ਸਕਦੀ ਹੈ, ਜਾਂ ਮੈਂ ਕਿਸੇ ਸਪੈਸੀਫਿਕ ਸੈਕਟਰ ਦਾ ਨਾਮ ਨਹੀਂ ਲੈ ਰਿਹਾ ਜਿੰਨੇ ਤੱਕ ਤੁਸੀਂ ਨਹੀਂ ਕਹਿੰਦੇ, ਕੋਈ ਸਬਸਿਡੀ ਸਰਕਾਰ ਬੰਦ ਕਰ ਸਕਦੀ ਹੈ, ਕੁਝ ਨਵੀਆਂ ਲਾਗੂ ਕਰ ਸਕਦੀ ਹੈ। ਥੋੜੀ ਜਿਹੀ ਰੋਸ਼ਨੀ ਪਾਓ ਇਸ ਚੀਜ਼ ਦੇ ਉੱਤੇ। ਇਸ ਤਰ੍ਹਾਂ ਦੇ ਡਿਸੀਜਨ ਆ ਰਹੇ ਨੇ ਕੁਝ? ਦੇਖੋ, ਜਿਹੜੇ ਵੀ ਡਿਸੀਜਨ ਸਰਕਾਰ ਲੈ ਰਹੀ ਆ ਉਹ ਲੋਕ ਪੱਖੀ ਡਿਸੀਜਨ ਨੇ। ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਉਹ ਡਿਸੀਜਨ ਕੀਤੇ ਗਏ ਨੇਗੇ। ਕੋਈ ਵੀ ਅਜਿਹਾ ਡਿਸੀਜਨ ਨਹੀਂ ਹੋਊਗਾ ਜਿਹੜਾ ਲੋਕਾਂ ਦੇ ਖਿਲਾਫ ਹੋਊਗਾ। ਹਾਂ, ਲੋਕਾਂ ਦੇ ਪੱਖ 'ਚ ਅਸੀਂ ਡਿਸੀਜਨ ਜ਼ਰੂਰ ਲਵਾਂਗੇ, ਪਰ ਲੋਕਾਂ ਦੇ ਖਿਲਾਫ ਕੋਈ ਵੀ ਡਿਸੀਜਨ ਨਹੀਂ ਲਵਾਂਗੇ। ਮੈਂ ਹੈਲਥ ਸੈਕਟਰ ਔਰ ਐਜੂਕੇਸ਼ਨ ਸੈਕਟਰ ਨਾਲ ਜੋੜ ਕੇ ਪੁੱਛਣਾ ਚਾਹਨਾ, ਕਿਉਂਕਿ ਚੋਣਾਂ ਦੇ ਦੌਰਾਨ ਵਾਅਦੇ ਕੀਤੇ ਗਏ ਸੀਗੇ ਮਾਝੇ ਦੇ ਵਿੱਚ ਵੀ, ਮਾਲਵੇ ਦੇ ਵਿੱਚ ਵੀ, ਕਿ ਅਸੀਂ ਨਵੇਂ ਕਾਲਜ ਯੂਨੀਵਰਸਿਟੀਆਂ ਦੇਵਾਂਗੇ ਜਾਂ ਨਵੇਂ ਹਸਪੀਟਲਸ ਜੇ ਇੱਕ ਵਰਲਡ ਕਲਾਸ ਲੈਵਲ ਦੇ ਜਿਹੜੇ ਬਣਾਏ ਜਾਣਗੇ। ਇਸ ਤਰ੍ਹਾਂ ਦੀ ਕੁਝ ਅਨਾਉਂਸਮੈਂਟ ਹੈਗੀ ਹੈ? ਤੁਸੀਂ ਮੋٹے ਤੌਰ ਤੇ ਦੱਸ ਦਿਓ ਕਿ ਹੈਲਥ ਫੈਸਿਲਿਟੀ ਦੇ ਵਿੱਚ ਇਨਕਰੀਜ਼ ਜਿਹੜਾ ਉਹ ਹੋ ਰਿਹਾ, ਜਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਇਸ ਢੰਗ ਦੇ ਨਾਲ ਕਿ ਸਰਕਾਰ ਕੋਈ ਨਵੇਂ ਇੰਸਟੀਟਿਊਸ਼ਨ ਅਨਾਉਂਸ ਕਰ ਸਕਦੀ ਹੈ? ਦੇਖੋ, ਬਹੁਤ ਸਾਰਾ ਨਵਾਂ ਹੋਣ ਜਾ ਰਿਹਾ ਹੈਗਾ। ਸੋ ਤੁਹਾਨੂੰ ਬੇਨਤੀ ਹੈ ਕਿ ਕਹਿ ਸਕਦੇ ਵੀ ਇਹ ਖੁਸ਼ਖਬਰੀ ਇੰਨੀ ਕੁ ਹੈਗੀ ਹੈ ਲੋਕਾਂ ਲਈ। 27 ਤਰੀਕ ਵੇਟ ਕਰੋ। ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਖਾਲਾ ਮਹਿਸੂਸ ਕਰਨਗੇ। ਪੰਜਾਬ ਦੇ ਲੋਕ ਮਹਿਸੂਸ ਕਰਨਗੇ ਕਿ ਇਸ ਵਾਰ ਦਾ ਬਜਟ ਜਿਹੜਾ ਹੈਗਾ ਉਹ ਜਨਤਾ ਦੀਆਂ ਆਸ਼ਾਵਾਂ ਤੇ 100% ਖਰਾ ਉਤਰੂਗਾ। ਚੀਮਾ ਸਾਹਿਬ, ਇੱਕ ਦੋ ਚੀਜ਼ਾਂ ਹੋਰ ਰਹਿੰਦੀਆਂ ਨੇ, ਹਨਾ। ਲਾਅ ਐਂਡ ਆਰਡਰ ਨੂੰ ਲੈ ਕੇ ਸਰਕਾਰ ਦੀ ਬੜੀ ਉਹ ਹੋ ਰਹੀ ਹੈ, ਆਲੋਚਨਾ ਹੋ ਰਹੀ ਹੈ। ਲਾਅ ਐਂਡ ਆਰਡਰ ਨੂੰ ਲੈ ਕੇ ਇੱਕ ਮੋٹے ਤੌਰ ਤੇ ਸਵਾਲ ਹੁੰਦਾ ਹੁਣ, ਜਦੋਂ ਅਸੀਂ ਇਲੈਕਸ਼ਨਸ ਦੇ ਵਿੱਚ ਘੁੰਮ ਰਹੇ, ਕਾਂਗਰਸ ਦੇ ਲੀਡਰ ਕਹਿ ਰਹੇ ਨੇ ਜਾਂ ਬੀਜੇਪੀ ਦੇ ਲੀਡਰ ਇਹ ਗੱਲ ਕਹਿ ਰਹੇ ਨੇ ਕਿ ਲਾਅ ਐਂਡ ਆਰਡਰ ਸਰਕਾਰ ਦੇ ਵੱਸ ਦੀ ਗੱਲ ਹੀ ਹੈ ਨਹੀਂ, ਸਰਕਾਰ ਕੋ ਕੰਟਰੋਲ ਹੀ ਨਹੀਂ ਹੋ ਰਿਹਾ, ਗੈਂਗਸਟਰ ਬਹੁਤ ਵੱਧ ਗਏ, ਸੜਕਾਂ ਤੇ ਖੂਨ ਡੁੱਲ ਰਿਹਾ। ਮੈਂ ਉਹਨਾਂ ਮਾਨਯੋਗ ਨੇਤਾਵਾਂ ਸਾਹਿਬਾਨ ਨੂੰ ਪੁੱਛਣਾ ਚਾਹੁੰਦਾ ਕਿ ਗੈਂਗਸਟਰ 3 ਮਹੀਨਿਆਂ 'ਚ ਪੈਦਾ ਹੋਏ ਨੇਗੇ? ਗੈਂਗਸਟਰ ਪੈਦਾ ਕਿਹਨੇ ਕੀਤੇ ਨੇ? ਪੈਦਾ ਕੀਤੇ ਨੇ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ। ਗੈਂਗਸਟਰ ਪੈਦਾ ਕੀਤੇ ਨੇ ਅਕਾਲੀ ਦਲ ਬੀਜੇਪੀ ਦੇ ਨੇਤਾਵਾਂ ਨੇ। ਉਹਨਾਂ ਨੇ ਕਦੇ, ਜਿੰਨੇ ਪਿਛਲੇ 5 ਸਾਲ 'ਚ ਜਿਹੜਾ ਅਮਨ ਕਾਨੂੰਨ ਖਰਾਬ ਹੋਇਆ, ਕਦੇ ਕਿਸੇ ਵੱਡੇ ਗੈਂਗਸਟਰ ਨੂੰ ਜਿਹੜਾ ਹੈਗਾ ਜੇਲ੍ਹ 'ਚੋਂ ਕੱਢ ਕੇ ਪੁੱਛਗਿੱਛ ਕੀਤੀ? ਕਦੇ ਕਿਸੇ ਦੀ ਅਰੈਸਟ ਪਾਈ? ਕਦੇ ਕੋਈ ਜਾਂਚ ਕੀਤੀ? 5 ਸਾਲ ਲਗਾਤਾਰ ਗੈਂਗਸਟਰ ਬਾਰ ਨੂੰ ਵਧਾਉਂਦੇ ਰਹੇ ਕਾਂਗਰਸ ਪਾਰਟੀ। ਔਰ ਉਸ ਤੋਂ ਪਹਿਲਾਂ ਪੰਜਾਬ ਦਾ ਬੱਤਾ ਬੱਚਾ ਜਾਣਦਾਗਾ ਕਿ ਸੁਖਬੀਰ ਸਿੰਘ ਬਾਦਲ ਨੇ ਗੈਂਗਸਟਰ ਪਾਲੇ ਹੋਏ ਸੀ ਪੰਜਾਬ 'ਚ। ਸਰਦਾਰ ਭਗਵੰਤ ਸਿੰਘ ਮਾਨ ਬੜੇ ਸਹੀ ਸਮੇਂ ਤੇ ਸਹੀ ਐਕਸ਼ਨ ਲੈ ਰਹੇ ਨੇਗੇ। ਜਿਨ੍ਹਾਂ ਨੇ ਵੀ, ਜਿਹੜੇ ਵੀ ਅਮਨ ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨਗੇ ਲੋਕ, ਪੰਜਾਬ ਦਾ ਕੋਈ ਵੀ ਵਿਅਕਤੀ ਆ, ਚਾਹੇ ਗੈਂਗਸਟਰ ਆ ਜਿਹੜਾ ਵੀ, ਉਹਦੇ ਖਿਲਾਫ ਕਾਨੂੰਨ ਆਪਣੀ ਕਾਰਵਾਈ ਕਰੂਗਾ ਔਰ ਸਖਤ ਕਾਰਵਾਈ ਹੋਊਗੀ। ਸੋ ਮੈਂ ਸਮਝਦਾ ਅਮਨ ਕਾਨੂੰਨ ਪੰਜਾਬ ਦਾ ਬਿਲਕੁਲ ਸਹੀ ਆ। ਇਹ ਜਿਹੜੇ ਵਿਰੋਧੀ ਨੇਗੇ, ਇਹਨਾਂ ਕੋਲੇ ਕਹਿਣ ਨੂੰ ਕੁਝ ਨਹੀਂ। ਜਿਹੜੀਆਂ ਸਕੀਮਾਂ ਅਸੀਂ ਅਨਾਉਂਸ ਕਰਦੇ ਹਾਂ, ਅਸੀਂ ਇੱਕ MLA ਇੱਕ ਪੈਨਸ਼ਨ ਦੀ ਸਕੀਮ ਅਨਾਉਂਸ ਕੀਤੀ ਆ, ਕਿਉਂ ਨਹੀਂ ਬਈ ਇਹਨਾਂ ਨੇ ਸਵਾਗਤ ਕੀਤਾ? ਇਹ ਲਾਗੂ ਕਰ ਲੈਂਦੇ। ਅਸੀਂ ਬੱਸਾਂ ਸਾਰੀਆਂ ਪੰਜਾਬ ਦੀਆਂ ਵੋਲਵੋ ਬੱਸਾਂ ਅਸੀਂ 에ਅਰਪੋਰਟ ਤੇ ਭੇਜਣ ਲੱਗਿਆ, ਇਹ ਸਵਾਗਤ ਕਰ ਲੈਂਦੇ। ਸਵਾਗਤ ਨਹੀਂ ਕੀਤਾ ਗਿਆ। ਅਸੀਂ ਮੂੰਗ ਦਾਲ ਦੀ ਬਜਾਈ ਦੀ ਕੀਤੀ ਕਿ ਹੈਗਾ ਕਿ ਮੂੰਗ ਦਾਲ ਜਿਹੜੀ ਆ ਉਹ MSP ਅਸੀਂ ਦੇਵਾਂਗੇ, ਉਹ ਤੇ ਕੋਈ ਇਹਨਾਂ ਨੇ ਕੋਈ ਸਵਾਗਤ ਨਹੀਂ ਕੀਤਾ। ਸੋ ਅਸੀਂ ਕਿ ਜਿਹੜੇ ਕਰਪਸ਼ਨ ਅਗੇਂਸਟ ਮੁਹਿੰਮ ਛੇੜੀ,
ਪਰ ਲੇਕਿਨ ਕਾਂਗਰਸ ਪਾਰਟੀ ਜਿਹੜੀ ਬਚੀ ਖੁਚੀ ਕਾਂਗਰਸ ਆ, ਤੁਸੀਂ ਵੀ ਦੇਖਿਆ ਹੋਊਗਾ, ਨਾਰੇ ਕੀ ਲਾ ਰਹੀ ਸੀਗੀ, ਸਾਡੇ ਹੱਥ ਇੱਥੇ ਰੱਖ, ਯਾਨੀ ਕਿ ਕਹਿੰਦੇ ਸਾਧੂ ਸਿੰਘ ਧਰਮਸੋਤ ਨੂੰ ਬਚਾ ਲਓ, ਅਸੀਂ ਤਾਂ ਕਾਂਗਰਸੀ ਕਰਪਟਾਂਗੇ। ਸੋ ਇਹ ਕਰਪਟ ਕਾਂਗਰਸ ਪਾਰਟੀ ਆ। ਸੋ ਇਸ ਗੱਲ ਕਰਕੇ ਅਸੀਂ ਸਾਰੇ ਮੋਰਚੇ ਜਿਹੜੇ ਹੈਗੇ ਨੇ ਬੜੇ ਅੱਛੇ ਤਰੀਕੇ ਨਾਲ ਲੜਾਈ ਲੜ ਰਹੇ ਹਾਂਗੇ, ਔਰ ਪੰਜਾਬ 'ਚ ਕਰਪਸ਼ਨ ਕਿਸੇ ਵੀ ਲੈਵਲ ਦੇ ਉੱਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ। ਚਾਹੇ ਕੋਈ ਜਿਹੜਾ ਭ੍ਰਿਸ਼ਟਾਚਾਰੀ ਹੈ, ਜੇਕਰ ਸਾਡਾ ਹੋਇਆ ਤਾਂ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ। ਅਸੀਂ ਆਪਦਾ ਮਿਨਿਸਟਰ ਅੰਦਰ ਜੇਲ੍ਹ 'ਚ ਭੇਜਿਆ, ਜਿਨ੍ਹਾਂ ਦਾ ਸਾਬਕਾ ਚਲਿਆ ਗਿਆ, ਜਿਹਨੇ ਕਰਪਸ਼ਨ ਕੀਤੀ ਆ, ਤੇ ਇਹਨਾਂ ਨੂੰ ਢਿੱਡ ਪੀੜ ਕਿਉਂ ਹੋ ਰਹੀ ਆ? ਹੁਣ ਇੱਕ ਐਮਐਲਏ ਗਿਆ ਗਾ, ਹੌਲੀ ਹੌਲੀ ਹੋਰ ਵੀ ਜਿਹੜੇ ਇਹਨਾਂ ਦੇ ਸਤਿਕਾਰਯੋਗ ਸਾਥੀਆਂ ਨੇ ਕਰਪਸ਼ਨ ਕੀਤੀ ਆ, ਜਿਨ੍ਹਾਂ ਨੇ ਪੰਜਾਬ ਦਾ ਪੈਸਾ ਲੁਕੋ ਕੇ ਰੱਖਿਆ ਹੋਇਆ ਹੈਗਾ, ਉਹ ਸਾਰਾ ਬਰਾਮਦ ਵੀ ਕਰਾਂਗੇ ਔਰ ਉਹਨਾਂ ਨੂੰ ਸਜ਼ਾ ਵੀ ਦੇਵਾਂਗੇ। ਇਹ ਥੋੜੀ ਵੇਟ ਕਰਨੀ ਚਾਹੀਦੀ ਹੈ। ਦੋ ਚੀਜ਼ਾਂ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਹ ਨਾ ਹੋਵੇ ਕਿ ਜਿਹੜੀ ਮਾੜੀ ਮੋਟੀ ਕਾਂਗਰਸ ਰਹਿ ਗਈ, ਕੁਝ ਤਾਂ ਬੀਜੇਪੀ ਜਾ ਕੇ ਸ਼ਰਨ ਲੈ ਰਹੇ ਨੇ ਕਿ ਬੀਜੇਪੀ ਕੇਂਦਰ ਸਰਕਾਰ ਬਚਾ ਲੂ। ਕੋਈ ਬਾਹਰਲੇ ਦੇਸ਼ਾਂ ਨੂੰ ਭੱਜ ਗਏ, ਬਹੁਤ ਸਾਰੇ ਭੱਜ ਰਹੇ ਨੇ। ਸੋ ਹੁਣ ਕਾਂਗਰਸ ਪਾਰਟੀ ਦੇ ਜਿਹੜੇ ਵੱਡੇ ਨੇਤਾ ਨੇ ਉਹ ਆਪਣੇ ਬਚਾਅ ਲਈ ਭੱਜੇ ਫਿਰ ਰਹੇ ਨੇ, ਤਰਲੋ ਮੱਛੀ ਹੋ ਰਹੇ ਨੇ। ਕੋਈ ਕੁਝ ਕਰ ਰਿਹਾ, ਕੋਈ ਦੇਖੋ ਤੁਸੀਂ ਬੀਜੇਪੀ ਦਾ ਸਹਾਰਾ ਕਿਵੇਂ ਲੈ ਰਹੇ ਨੇ। ਮੈਂ ਇਹੀ ਇਹ ਜਿਹੜੇ ਹੁਣ ਬੀਜੇਪੀ ਦਾ ਸਹਾਰਾ ਲੈ ਰਹੇ ਨੇ ਨਾ, ਜੇ ਦੁਬਾਰਾ ਇਲੈਕਸ਼ਨ ਆਊਗੀ, ਇਹ ਕੋਈ ਤਾਂ ਦੁਬਾਰੇ ਆਪਣੀ ਪਾਰਟੀ 'ਚ ਆ ਜਾਊਗਾ, ਕਿਸੇ ਹੋਰ ਪਾਰਟੀ ਚਲਾ ਜਾਊ, ਕਿਉਂਕਿ ਇਹ ਲੋਕ ਸੱਤਾ ਦੇ ਭੁੱਖੇ ਨੇਗੇ, ਸੱਤਾ ਦੇ ਕੁਰਸੀ ਦੇ ਭੁੱਖੇ ਨੇਗੇ। ਅਸੀਂ ਲੋਕ ਜਿਹੜੇ ਹੈਗੇ ਲੋਕਾਂ ਦੀ ਲੜਾਈ ਲੜ ਰਹੇ ਹਾਂ, ਗਰਾਊਂਡ ਤੇ ਲੜ ਰਹੇ ਹਾਂ, ਔਰ ਮੈਂ ਸਮਝਦਾ ਲੋਕਾਂ ਨੂੰ ਇਸ ਸਰਕਾਰ ਦੇ ਨਾਲ ਬਹੁਤ ਵੱਡੀ ਰਾਹਤ ਮਿਲੂਗੀ। ਭਗਵੰਤ ਮਾਨ ਦਾ ਮੈਂ ਕੱਲ ਇੰਟਰਵਿਊ ਕਰ ਰਿਹਾ ਸੀਗਾ। ਭਗਵੰਤ ਮਾਨ ਸਾਹਿਬ ਇਹ ਗੱਲ ਕਹਿੰਦੇ ਮੈਂ ਸਾਰੇ ਮੰਤਰੀ ਜਿਹੜੇ ਪੁਰਾਣੇ ਸੀਗੇ ਸਾਰਿਆਂ ਦੀ ਜਾਂਚ ਕਰਵਾ ਰਿਹਾ। ਅੱਜ ਸਵੇਰੇ ਬਰਮ ਸ਼ੰਕਰ ਜਿੰਪਾ ਹੁਣਾਂ ਨੇ ਕਿਹਾ ਕਿ ਕਰੀਬ ਪੌਣੇ 200 ਕਰੋੜ ਰੁਪਏ ਦਾ ਘਪਲਾ ਜਿਹੜਾ ਉਹ ਸੁੰਦਰ ਸ਼ਾਮ ਅਰੋੜਾ ਨੇ ਕੀਤਾ ਹੋਇਆ ਕੋਈ ਜਗ੍ਹਾ ਵੇਚ ਕੇ। ਇਹ ਇਲਜ਼ਾਮ ਬਰਮ ਸ਼ੰਕਰ ਜਿੰਪਾ ਹੁਣਾਂ ਦਾ ਹੈਗਾ। ਕਿ ਇਹਨਾਂ ਸਾਰਿਆਂ ਦੀ ਇਨਕੁਆਇਰੀ ਚੱਲ ਰਹੀ ਹੈ ਜਾਂ ਮਾਰਕ ਕਰੋਗੇ? ਬਰਮ ਸ਼ੰਕਰ ਜਿੰਪਾ ਵਾਲੇ ਕੇਸ ਕਹਿੰਦੇ ਹਜੇ ਇਨਕੁਆਇਰੀ ਹੋਈ ਨਹੀਂ, ਅਸੀਂ ਸੀਐਮ ਨੂੰ ਰਿਕੁਐਸਟ ਕਰਨੀ ਹੈ। ਹਰਪਾਲ ਸਿੰਘ ਚੀਮਾ ਦੂਸਰੇ ਮਤਲਬ ਅਗਲੇ ਪਾਇਦਾਨ ਤੇ ਖੜੇ ਨੇ, ਨੈਕਸਟ ਟੂ ਸੀਐਮ। ਕੀ ਤੁਹਾਡਾ ਕੀ ਟੇਕ ਹੈਗਾ ਇਸ ਤੇ? ਬਿਲਕੁਲ, ਜਦੋਂ ਅਸੀਂ ਵਿਰੋਧ ਧਿਰ ਦੇ ਵਿੱਚ ਸੀਗੇ, ਸਰਕਾਰ ਦੇ ਅਸੀਂ ਆਪੋਜੀਸ਼ਨ ਦੇ ਵਿੱਚ ਸੀਗੇ, ਔਰ ਕੈਪਟਨ ਸਾਹਿਬ ਦੀ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ, ਤਾਂ ਉਸ ਸਮੇਂ ਇੱਕ ਜੇਸੀਟੀ ਦੀ ਇੱਕ ਲੈਂਡ ਸੀ ਮੋਹਾਲੀ ਦੇ ਵਿੱਚ, ਉਹ ਬਹੁਤ ਹੀ ਸਸਤੇ ਭਾਅ ਦੇ ਉੱਤੇ, ਬਹੁਤ ਹੀ ਕੌਡੀਆਂ ਦੇ ਭਾਅ ਦੇ ਉੱਤੇ ਆਪਣੇ ਚਹੇਤਿਆਂ ਨੂੰ ਉਸ ਸਮੇਂ ਦੇ ਮਿਨਿਸਟਰ ਸਾਹਿਬਾਨ ਨੇ ਵੇਚੀ ਸੀ। ਉਹ ਜਾਂਚ ਦਾ ਹਿੱਸਾ ਗਾ, ਔਰ ਉਹਦੇ ਸਾਰੀਆਂ ਫਾਈਲਾਂ ਪੰਜਾਂ ਦੀ ਜਾਂਚ ਹੋ ਰਹੀ ਆ। ਔਰ ਮੈਂ ਸਮਝਦਾ ਪੰਜਾਬ ਦਾ ਕਰੋੜਾਂ ਰੁਪਈਆ ਇਹਨਾਂ ਕਾਂਗਰਸੀਆਂ ਨੇ ਆਪਣੇ ਚਹੇਤਿਆਂ ਨੂੰ ਦਿੱਤਾ। ਇਹਨਾਂ ਨੂੰ ਬਿਲਕੁਲ ਦਰਦ ਨਹੀਂ ਆਇਆ। ਪੌਣੇ 200 ਕਰੋੜ ਦਾ ਦਾਅਵਾ ਕਰ ਰਹੇ ਨਹੀਂ, ਇਸ ਪੰਜਾਬ 'ਚ ਲੋਕ ਪੈਦਾ ਹੋਏ, ਇਸ ਪੰਜਾਬ ਦੀ ਮਿੱਟੀ 'ਚ ਲੋਕ ਪੈਦਾ ਹੋਏ, ਇਸ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕਰਕੇ ਉਹਨਾਂ ਨੂੰ ਐਮਐਲਏ ਬਣਾਇਆ, ਮਿਨਿਸਟਰ ਬਣਾਇਆ, ਤੇ ਉਹਨਾਂ ਨੇ ਹੀ ਪੰਜਾਬ ਦੇ ਪੰਜਾਬੀਆਂ ਦੇ ਪਿੱਠ ਦੇ ਵਿੱਚ ਛੁਰਾ ਖੋਬਿਆ। ਸੋ ਇਸ ਤਰ੍ਹਾਂ ਦਾ ਕੋਈ ਵੀ ਵਿਅਕਤੀ ਆ, ਚਾਹੇ ਉਹ ਸਾਬਕਾ ਮਿਨਿਸਟਰ ਆ, ਚਾਹੇ ਕਾਂਗਰਸ ਪਾਰਟੀ ਦਾ, ਚਾਹੇ ਬੀਜੇਪੀ ਦਾ, ਉਹਦੇ ਖਿਲਾਫ ਕਾਨੂੰਨ ਸਖਤ ਤੋਂ ਸਖਤ ਕਾਰਵਾਈ ਕਰੂਗਾ। ਜਿਹੜੇ ਬੀਜੇਪੀ 'ਚ ਜਾ ਰਹੇ ਹੋ ਉਹਨਾਂ ਦਾ ਬਚਾਅ ਹੋ ਜੂ? ਦੇਖੋ, ਬੀਜੇਪੀ ਦੀ ਸ਼ਰਨ ਲੈ ਰਹੇ ਨੇ। ਵੈਸੇ ਮੈਂ ਆਪਣੇ ਸ਼ਬਦ ਮੈਂ ਚੀਮਾ ਸਾਹਿਬ ਆਪਣੇ ਸ਼ਬਦ ਬੋਲ ਦੇਣਾ। ਨਹੀਂ ਮੈਂ ਆਪਣੇ ਸ਼ਬਦ ਬੋਲ ਦੇਣਾ ਵੀ ਜਿਹੜੇ ਬੀਜੇਪੀ 'ਚ ਜਾ ਰਹੇ ਉਹਨਾਂ ਦਾ ਕਾਰਨ ਕੀ ਲੱਗਦਾ ਆਮ ਆਦਮੀ ਪਾਰਟੀ ਨੂੰ? ਜਿਹੜੇ ਕਾਂਗਰਸ ਦੇ ਵੱਡੇ ਲੀਡਰ ਸਾਬਕਾ ਮੰਤਰੀ ਬੀਜੇਪੀ ਵਿੱਚ ਜਾ ਰਹੇ ਆ, ਸੁੰਦਰ ਸ਼ਾਮ ਅਰੋੜਾ ਹੋਣ, ਚਾਹੇ ਬਲਬੀਰ ਸਿੱਧੂ ਹੋਣ, ਜਾਂ ਰਾਜਕੁਮਾਰ ਵੇਰਕਾ ਹੋਣ, ਜਾਂ ਚੌਥੇ ਹੋਣ ਕਾਂਗੜ। ਦੇਖੋ, ਉਹ ਜਾ ਕੇ ਸੋਚ ਰਹੇ ਨੇ ਕਿ ਸਾਡੀ ਸ਼ਾਇਦ ਚਮੜੀ ਬਚ ਰਹੂ, ਸ਼ਾਇਦ ਅਸੀਂ ਸੈਂਟਰ ਸਰਕਾਰ ਕੋਲੇ ਜਾ ਕੇ ਅਧਿਕਾਰੀਆਂ ਤੇ ਦਬਾਅ ਬਣਾ ਕੇ ਆਪਣੇ ਕੀਤੇ ਕਾਲੇ ਕਾਰਨਾਮਿਆਂ ਤੇ ਪਰਦਾ ਪਾ ਲਵਾਂਗੇ। ਪਰ ਲੇਕਿਨ ਨਹੀਂ, ਅਸੀਂ ਕਾਨੂੰਨ 'ਚ ਵਿਸ਼ਵਾਸ ਰੱਖਣ ਵਾਲੇ ਲੋਕ ਹਾਂ। ਅਸੀਂ ਕਾਨੂੰਨ ਦੇ ਮੁਤਾਬਕ ਉਹਨਾਂ ਦੇ ਖਿਲਾਫ ਜਿੰਨੀ ਬਣਦੀ ਕਾਰਵਾਈ ਹੋਊ, ਜਿਹੜੀ ਕਾਨੂੰਨ ਦੇ ਮੁਤਾਬਕ ਬਣਦੀ ਹੋਊ, ਕੋਈ ਕਿਸੇ ਦੇ ਖਿਲਾਫ ਕੋਈ ਦੁਰਵਿਵਹਾਰ ਨਹੀਂ ਕੀਤਾ ਜਾਊਗਾ, ਕੋਈ ਜਿਹੜਾ ਹੈਗਾ ਵੈਂਡੇਟਾ ਨਹੀਂ ਕੀਤੀ ਜਾਊਗੀ। ਜਿਹੜਾ ਕਾਨੂੰਨ ਅਲਾਉ ਕਰਦਾਗਾ ਉਹ ਕਾਨੂੰਨ ਆਪਣੀ ਕਾਰਵਾਈ ਕਰੂਗਾ। ਅਸੀਂ ਤਾਂ ਕਾਨੂੰਨ ਨੂੰ ਲਾਗੂ ਕਰਨ ਵਾਲੀ ਏਜੰਸੀਆਂ ਨੂੰ ਕਿਹਾਗਾ ਕਿ ਜਿੱਥੇ ਵੀ ਲੁੱਟ ਖਸੁੱਟ ਹੋਈ ਆ, ਜਿਨ੍ਹਾਂ ਲੋਕਾਂ ਨੇ ਸਾਡੀ ਆਰਥਿਕਤਾ ਨੂੰ ਤੋੜਿਆਗਾ, ਜਿਨ੍ਹਾਂ ਦੀਆਂ 5-5 ਸਾਲਾਂ 'ਚ 500 ਕਰੋੜ ਪ੍ਰਾਪਰਟੀਆਂ ਬਣ ਗਈਆਂ, ਜਿਨ੍ਹਾਂ ਨੇ ਬਦਲੀਆਂ ਦੇ ਨਾਂ ਤੇ, ਜਿਨ੍ਹਾਂ ਨੇ ਡਿਵੈਲਪਮੈਂਟ ਦੇ ਨਾਂ ਤੇ ਪੈਸੇ ਇਕੱਠੇ ਕੀਤੇ ਨੇ, ਉਹਨਾਂ ਦੇ ਖਿਲਾਫ ਢੁਕਵੀਂ ਤੇ ਜਾਇਜ਼ ਐਜ਼ ਪਰ ਦੀ ਲਾਅ ਦੀ ਲੈਂਡ ਕਾਰਵਾਈ ਕੀਤੀ ਜਾਵੇ, ਚਾਹੇ ਕੋਈ ਪਾਰਟੀ ਬਦਲੇ। ਮੈਂ ਕਿਹਾ ਜਿਹੜਾ ਮਰਜ਼ੀ ਹੈ, ਚਾਹੇ ਕੋਈ ਪਾਰਟੀ ਬਦਲੇ, ਜਿਹੜਾ ਮਰਜ਼ੀ ਹੈ ਉਹਦੇ ਖਿਲਾਫ ਕਾਰਵਾਈ ਹੋਊਗੀ। ਪਰ ਲੇਕਿਨ ਜੇਕਰ ਉਹ ਦੋਸ਼ੀ ਕਾਨੂੰਨ ਦੇ ਮੈਂ ਜੇਕਰ ਦੋਸ਼ੀ ਹੋਇਆ। ਸੈਸ਼ਨ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਡੀਆਂ ਅਨਾਉਂਸਮੈਂਟ, ਹਾਲਾਂਕਿ ਉਹਨਾਂ ਨੇ ਡਾਇਰੈਕਟਲੀ ਨਹੀਂ ਕਿਹਾ, ਪਰ ਉਹਨਾਂ ਦੀ ਗੱਲਬਾਤ ਤੋਂ ਇਹ ਅੰਦਾਜ਼ਾ ਹੈ ਕਿ ਹੈਲਥ ਤੇ ਐਜੂਕੇਸ਼ਨ ਸੈਕਟਰ ਦੇ ਵਿੱਚ ਹਰਪਾਲ ਚੀਮਾ ਪੰਜਾਬ ਵਿਧਾਨ ਸਭਾ 'ਚ ਬਜਟ ਪੇਸ਼ ਕਰਨ ਦੌਰਾਨ ਵੱਡੇ ਅਨਾਉਂਸਮੈਂਟ ਕਰ ਸਕਦੇ ਨੇ। ਤੇ ਖਾਸ ਚੇਤਾਵਨੀ ਉਹਨਾਂ ਲੀਡਰਾਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਤੇ ਇਲਜ਼ਾਮ ਹੈ ਕਿ ਆਪਣੀ ਸਰਕਾਰ ਦੇ ਸਮੇਂ, ਪਿਛਲੀ ਸਰਕਾਰ ਦੇ ਸਮੇਂ ਉਹਨਾਂ ਨੇ ਘਪਲੇ ਘੁਟਾਲੇ ਕੀਤੇ ਨੇ। ਹਰਪਾਲ ਚੀਮਾ ਕਹਿੰਦੇ ਕਿ ਚਾਹੇ ਕੋਈ ਪਾਰਟੀ ਬਦਲ ਲੇ, ਪਰ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਜ਼ਰੂਰ ਹੋਏਗੀ। ਕੈਮਰਾਮੈਨ ਗੁਲਸ਼ਨ ਦੇ ਨਾਲ ਤਮਿਲ ਭਾਟੀਆ, ਦੈਨਿਕ ਸਵੇਰਾ, ਸੰਗਰੂਰ।
ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਦਾ ਲਈ ਰੁੱਸੇ ਨੂੰ ਮਨਾਉਣਾ, ਪਿਆਰ, ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।